ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਰੁਖ ਕਰ ਦਿੱਤਾ ਤੇ ਜੇ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਕਿਸਾਨ ਦਿੱਲੀ ਪਹੁੰਚ ਗਏ ਨੇ ਤੇ ਵਧੇਰੇ ਜਾਣਕਾਰੀ ਲਈ ਜਾਂ ਵਧੇਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਪਰਮਜੀਤ ਪੰਮਾ ਜੋ ਕਿ ਸੀਨੀਅਰ ਐਡਵੋਕੇਟ ਵੀ ਨੇ ਤੇ ਕਾਂਗਰਸ ਦੇ ਅੱਛੇ ਬੁਲਾਰੇ ਵੀ ਨੇ। ਸਰ ਜਾਣਨਾ ਚਾਹਾਂਗੇ ਪ੍ਰੋਟੈਸਟ ਕਰਨਾ ਕਿੰਨਾ ਰਾਈਟ ਹੈ? ਕਿਸਾਨ ਪ੍ਰੋਟੈਸਟ ਕਰਨ ਲਈ ਦਿੱਲੀ ਜਾ ਰਹੇ ਆ, ਉਹਨਾਂ ਨੂੰ ਰੋਕਿਆ ਜਾ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਇਜਾਜ਼ਤ ਦਿੰਦਾ ਕਿ ਲੋਕਤੰਤਰ ਦੇ ਵਿੱਚ ਕਿਸੇ ਕਿਸਮ ਦਾ ਸ਼ਾਂਤੀਪੂਰਨ ਤਰੀਕੇ ਨਾਲ ਹੱਕ ਮੰਗਣੇ ਕੋਈ ਗੁਨਾਹ ਨਹੀਂ ਹੈ। ਜੇ ਜਦੋਂ ਦੇਸ਼ ਆਜ਼ਾਦ ਹੋਇਆ ਮਹਾਤਮਾ ਗਾਂਧੀ ਜੀ ਨੇ ਜਾਂ ਕਾਂਗਰਸ ਨੇ ਜਾਂ ਕਈ ਸੰਸਥਾਵਾਂ ਨੇ ਕਈ ਸੰਗਠਨਾਂ ਨੇ ਆਜ਼ਾਦੀ ਦੀ ਮੂਵਮੈਂਟ ਨੂੰ ਚਲਾਇਆ, ਉਹਦੇ ਵਿੱਚ ਕੋਈ ਗੁਨਾਹ ਨਹੀਂ ਸੀ, ਆਪਣੇ ਹੱਕ ਮੰਗ ਰਹੇ ਸੀ। ਪਰ ਜਿਹੜੇ ਮੋਦੀ ਸਾਹਿਬ ਹੈ ਇੱਕ ਤਾਨਾਸ਼ਾਹੀ ਜਿਵੇਂ ਹਿਟਲਰ ਵਾਲਾ ਰਵੱਈਆ ਹੈ, ਜਿਹੜਾ ਜਿਵੇਂ ਇੱਕ ਨਾਜ਼ੀਵਾਦ ਹੈ, ਜਿਵੇਂ ਆਪਾਂ ਉਹਨੂੰ ਰੋਲ ਕਹਿ ਸਕਦੇ, ਉਹ ਨਿਭਾ ਰਹੇ ਰੋਲ। ਇਹ ਦੇਸ਼ ਲੋਕਤੰਤਰ ਹੈ, ਇਹਦੇ ਵਿੱਚ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਜੇ ਅਸੀਂ ਨਹੀਂ ਚਾਹੁੰਦੇ, ਕਿਸਾਨ ਨਹੀਂ ਚਾਹੁੰਦੇ ਕਿ ਸਾਡੇ ਤੇ ਇਹ ਬਿੱਲ ਥੋਪੇ ਜਾਣ, ਤੇ ਮੋਦੀ ਸਰਕਾਰ ਦੀ ਕਿਹੜੀ ਜਿੱਦ ਹੈ ਕਿ ਇਹ ਜ਼ਰੂਰ ਇਹ ਕਾਨੂੰਨ ਕਿਸਾਨਾਂ ਨੂੰ ਹੁਣ ਵੀ ਤਾਂ ਝੁਕ ਰਹੇ। ਜੋ ਲੇਟੈਸਟ ਹੈ, ਜੋ ਹੁਣ ਦੀ ਖਬਰਾਂ ਹੈ, ਉਹ ਝੁਕ ਚੁੱਕੇ ਮੋਦੀ ਸਾਹਿਬ। ਇਸ ਟਾਈਮ ਮੋਦੀ ਸਾਹਿਬ ਝੁਕ ਚੁੱਕੇ, ਕਿਸਾਨਾਂ ਦੇ ਤਸ਼ੱਦਦ ਕਰ ਦਿੱਤਾ, ਪਰ ਕਿਸਾਨ ਤਸ਼ੱਦਦ ਨੂੰ ਮੰਨੇ ਨਹੀਂ। ਲੱਖਾਂ ਕਿਸਾਨ ਦਿੱਲੀ ਦੇ ਬਾਰਡਰ ਤੇ ਪਹੁੰਚ ਗਏ, ਹੁਣ ਵੀ ਤਾਂ ਦਿੱਲੀ ਜਾਣ ਦੀ ਇਜਾਜ਼ਤ ਦੇ ਰਹੇ। ਇਹ ਖੱਟੜ ਸਰਕਾਰ ਕਰ ਰਹੀ ਜਾਂ ਮੋਦੀ ਸਰਕਾਰ ਕਰ ਰਹੀ, ਇਹ ਕਿਸਾਨਾਂ ਦੇ ਨਾਲ, ਇਹ ਇਕੱਲੇ ਕਿਸਾਨਾਂ ਨੇ ਨਹੀਂ ਮਰਨਾ ਇਸ ਬਿੱਲਾਂ ਨਾਲ। ਜੇ ਕੋਈ ਸੋਚੋ ਵੀ ਕਿਸਾਨ ਇਕੱਲੇ ਖਤਮ ਹੋ ਜਾਣਗੇ ਇਹ ਬਿੱਲਾਂ ਤੋਂ ਬਾਅਦ, ਜਦੋਂ ਕਿਸਾਨਾਂ ਦੇ ਕੋਲ ਇਨਕਮ ਨਹੀਂ ਆਣੀ। ਜਿਹੜੀ ਸਾਡੀ ਪੰਜਾਬ ਤੇ ਹਰਿਆਣਾ ਸਟੇਟ ਹੈ ਉਹ ਐਗਰੇਰੀਅਨ ਸਟੇਟ ਹੈ, ਉਹ ਖੇਤੀਬਾੜੀ ਵਾਲੀ ਸਟੇਟ ਹੈ। ਖੇਤੀਬਾੜੀ ਵਾਲੀ ਸਟੇਟ ਦੇ ਵਿੱਚ ਜੇ ਕਿਸਾਨ ਪੈਸਾ ਕਮਾਏਗਾ ਤਾਂ ਉਹ ਕਿਸੇ ਵਪਾਰੀ ਕੋ ਆਏਗਾ। ਜੇ ਆੜ੍ਹਤੀਆਂ ਸਾਡੇ ਮੋਸਟਲੀ ਹਿੰਦੂ ਭਰਾ ਹੈ, ਇਹ ਇਕੱਲੀ ਕਿਸੇ ਸਿੱਖ ਧਰਮ ਜਾਂ ਹਿੰਦੂ ਧਰਮ ਦੀ ਲੜਾਈ ਨਹੀਂ ਹੈ, ਇਹ ਪੰਜਾਬੀਅਤ ਦੀ ਲੜਾਈ ਹੈ। ਤੇ ਪੰਜਾਬ ਅਹਿਮਦ ਸ਼ਾਹ ਅਬਦਾਲੀ ਨੂੰ, ਪੰਜਾਬ ਅੰਗਰੇਜ਼ਾਂ ਨੂੰ, ਪੰਜਾਬ ਮੁਗਲਾਂ ਨੂੰ, ਪੰਜਾਬ ਨਾਦਰ ਸ਼ਾਹ ਨੂੰ, ਸਾਰਿਆਂ ਨੂੰ ਹਰਾ ਕੇ ਭੇਜਦਾ ਰਿਹਾ। ਸਿਕੰਦਰ ਸਾਰੇ ਦੇਸ਼ਾਂ 'ਚੋਂ ਜਿੱਤ ਕੇ ਆਇਆ, ਆਖਰ ਦੇ ਵਿੱਚ ਪੰਜਾਬ ਦੀ ਧਰਤੀ 'ਤੇ ਸਿਕੰਦਰ ਹਾਰ ਕੇ ਗਿਆ। ਇਹ ਪੰਜਾਬੀ ਲੋਕ ਅਣਖ ਹੈ, ਸਾਡਾ ਵਿਰਸਾ ਹੈ। 1883 'ਚ ਬਘੇਲ ਸਿੰਘ ਨੇ ਲਾਲ ਕਿਲ੍ਹਾ ਜਿੱਤ ਲਿਆ ਸੀ। ਇਹ ਕੀ ਹੈ? ਕੁਛ ਨਹੀਂ ਹੈ, ਕੇਵਲ ਤੇ ਕੇਵਲ ਇੱਕ ਹੰਕਾਰ ਆਇਆ ਹੋਇਆ। ਉਹ ਹੰਕਾਰ ਅੱਜ ਕਿਸਾਨਾਂ ਨੇ ਤੋੜਤਾ। ਜਦੋਂ ਲੱਖਾਂ ਦਾ ਹਜੂਮ ਸਾਰੇ ਦੇਸ਼ 'ਚੋਂ, ਖਾਸ ਕਰਕੇ ਪੰਜਾਬ ਤੇ ਹਰਿਆਣੇ 'ਚੋਂ ਆ ਗਿਆ, ਅੱਜ ਮੋਦੀ ਸਰਕਾਰ ਦੀ, ਮੈਂ ਕਹਿੰਦਾ ਪਿਛਲੇ 6 ਸਾਲਾਂ 'ਚ ਪਹਿਲੀ ਵਾਰ ਉਹਨਾਂ ਨੂੰ ਝੁਕਣਾ ਪਿਆ। ਅੱਜ ਹੁਣ ਦੀਆਂ ਖਬਰਾਂ ਕਹਿ ਰਹੀਆਂ ਕਿ ਮੰਨਣਾ ਪਿਆ, ਆ ਜਾਓ ਤੁਸੀਂ, ਆ ਜਾਓ, ਅਸੀਂ ਦਿੱਲੀ ਤੁਹਾਡੇ ਲਈ ਤਿਆਰ ਹੈ। ਜੇ ਇਹੀ ਦਿੱਲੀ ਸ਼ਾਂਤਮਈ ਢੰਗ ਨਾਲ ਆਣ ਦਿੰਦੀ ਤਾਂ ਮੋਦੀ ਸਾਹਿਬ ਦੇ ਕੀ ਹੰਕਾਰ ਟੁੱਟ ਜਾਂਦਾ। ਅੱਜ ਵੀ ਤਾਂ ਝੁਕੀ ਹੈ ਸਰਕਾਰ। ਇਸ ਲਈ ਕਿਸਾਨਾਂ ਦੇ ਸੈਲਾਬ ਨੂੰ ਕੋਈ ਨਹੀਂ ਰੋਕ ਸਕਦਾ। ਪੰਜਾਬੀ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਹਰਿਆਣਾ ਸਾਡਾ ਪਾਰਟ ਰਿਹਾ, ਸਾਡਾ ਹਿਮਾਚਲ ਪਾਰਟ ਰਿਹਾ, ਸਾਡੀ ਦਿੱਲੀ ਰਾਜਧਾਨੀ ਰਹੀ, ਸਾਡੀ ਲਾਹੌਰ ਰਾਜਧਾਨੀ ਰਹੀ, ਅਫਗਾਨ ਤੱਕਰ ਪੰਜਾਬੀਆਂ ਨੇ ਰਾਜ ਕੀਤਾ। ਸਾਡੇ ਪੰਜਾਬੀ ਹੈ, ਹਿਮਾਚਲ ਵੀ ਸਾਡਾ ਪੰਜਾਬ ਰਿਹਾ। ਪੰਜਾਬੀਆਂ ਨੂੰ ਪਰਮਾਤਮਾ ਤੋਂ ਇਲਾਵਾ ਕੋਈ ਝੁਕਾ ਨਹੀਂ ਸਕਦਾ। ਤੇ ਜਿਹੜੀਆਂ ਜੰਗਾਂ ਪੰਜਾਬ ਨੇ ਲੜੀਆਂ ਹੈ, ਪੰਜਾਬੀਆਂ ਨੇ ਲੜੀਆਂ ਹੈ, ਉਹ ਜੰਗਾਂ ਦੇਸ਼ ਦੇ ਤੇ ਦੁਨੀਆ ਦੇ ਇਤਿਹਾਸ ਬਣੀਆਂ। ਸਾਰਾ ਗੜੀ ਦੀ ਜੰਗ ਦੇ ਵਿੱਚ ਜਿਸ ਅਫਗਾਨੀਆਂ ਨੂੰ ਅਮਰੀਕਾ ਵਰਗੇ, ਰੂਸ ਵਰਗੇ ਨਹੀਂ ਜਿੱਤ ਸਕੇ ਅਫਗਾਨਿਸਤਾਨ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਜਿੱਤਿਆ। 21 ਪੰਜਾਬੀ ਫੌਜੀਆਂ ਨੇ ਹਜ਼ਾਰਾਂ ਪਠਾਨ ਨਠਾਤੇ ਸਾਰਾ ਗੜੀ ਦੇ ਬੈਟਲ ਦੇ ਵਿੱਚ। ਤੇ ਇਹ ਕੀ ਹੈ? ਇਹ ਕੇਂਦਰ ਸਰਕਾਰ ਕੀ ਹੈ? ਇਹਨਾਂ ਦੇ ਪੱਲੇ ਕੱਖ ਨਹੀਂ ਹੈ। ਅੱਜ ਇਹਨਾਂ ਦਾ ਹੰਕਾਰ ਟੁੱਟ ਰਿਹਾ। ਜਦੋਂ ਕੁਦਰਤ ਨੇ ਹੰਕਾਰ ਤੋੜਨਾ ਹੁੰਦਾ ਉਹ ਬਹਾਨਾ ਬਣਾਉਂਦਾ, ਤੇ ਮੋਦੀ ਸਾਹਿਬ ਦਾ ਹੰਕਾਰ ਤੋੜਨ ਲਈ ਕਿਸਾਨ ਐਜੀਟੇਸ਼ਨ ਇਹ ਬਣੀ ਹੈ। ਪੰਮਾ ਜੀ, ਇਹ ਵੀ ਜਾਣਨਾ ਚਾਹਾਂਗੇ, ਕਿਸਾਨ ਤਾਂ ਦਿੱਲੀ ਪਹੁੰਚ ਗਿਆ ਜੀ, ਤੁਹਾਨੂੰ ਲੱਗਦਾ ਕਿ ਮੋਦੀ ਸਾਹਿਬ ਜੋ 3 ਬਿੱਲ ਕਾਨੂੰਨੀ ਬਿੱਲ ਬਣਾਏ ਸੀਗੇ ਵਾਪਸ ਲਓਗੇ? ਜੇ ਨਹੀਂ ਲਓਗੇ ਤਾਂ ਕਿਸ ਤਰ੍ਹਾਂ ਦਾ ਮਾਹੌਲ ਹੋ ਸਕਦਾ ਹੈ? ਮੈਂ ਕਿਹਾ ਜੀ, ਤੁਹਾਨੂੰ ਮੈਂ ਪਹਿਲਾਂ ਵੀ ਕਿਹਾ, ਜਿਸ ਜੰਗ ਨੂੰ ਪੰਜਾਬੀਆਂ ਨੇ ਲੀਡ ਕੀਤਾ ਉਹ ਸਰਕਾਰਾਂ ਝੁਕੀਆਂ। ਅੰਗਰੇਜ਼ ਦੇਸ਼ ਦੇ ਵਿੱਚ ਸਭ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ 1600 ਈਸਵੀ 'ਚ ਈਸਟ ਇੰਡੀਆ ਕੰਪਨੀ ਜਿਵੇਂ ਆਈ ਸੀ, ਉਹੀ ਈਸਟ ਇੰਡੀਆ ਕੰਪਨੀ ਵਾਂਗੂ ਰਿਲਾਇੰਸ ਨੂੰ ਲਿਆਇਆ ਜਾ ਰਿਹਾ। ਉਸੇ ਤਰ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ। ਪੰਜਾਬ ਦੇ ਲੋਕ ਜਿਸ ਜਿੱਦ ਨੂੰ ਫੜ ਲੈਂਦੇ ਜਾਂ ਜਿਸ ਜੰਗ ਦੇ ਲਈ ਅਗਵਾਈ ਕਰਦੇ, ਉਹ ਜੰਗਾਂ ਜਿੱਤੀਆਂ ਜਾਂਦੀਆਂ। ਇਹ ਮੋਦੀ ਸਾਹਿਬ ਇਹ 3 ਬਿੱਲਾਂ ਦੀ ਗੱਲ ਕਰਦੇ, ਇਹਨਾਂ ਦੀ ਸਰਕਾਰ ਨੇ ਗੋਡੇ ਟੇਕ ਕੇ ਬਿੱਲ ਵਾਪਸ ਤਾਂ ਲੈਣੇ ਹੀ ਲੈਣੇ ਆ। ਇਹਨਾਂ ਦੀ ਸਰਕਾਰ ਨੂੰ ਝੁਕਣਾ ਪਊਗਾ ਪੰਜਾਬੀਆਂ ਦੇ ਦਿਲੋਂ ਅੱਗੇ। ਇਹ ਪੰਜਾਬੀਆਂ ਦੀ ਲੜਾਈ ਨਹੀਂ ਹੈ, ਇਸ ਸਮੇਂ ਸਾਰੇ ਦੇਸ਼ ਦੀ ਲੜਾਈ ਬਣ ਗਈ ਹੋਈ। ਹਾਂ, ਇਹ ਗੱਲ ਜ਼ਰੂਰ ਠੀਕ ਹੈ, ਜਿਹੜਾ ਇਤਿਹਾਸ ਹੈ ਹਮੇਸ਼ਾ ਜਿੰਨੀਆਂ ਵੀ ਜੰਗਾਂ ਸ਼ੁਰੂ ਹੋਈਆਂ ਦੇਸ਼ ਦੀ ਆਜ਼ਾਦੀ ਲਈ, ਪੰਜਾਬੀਆਂ ਨੇ 93% ਹਿੱਸਾ ਦਿੱਤਾ, ਹਿੱਸਾ ਲਿਆ, ਸ਼ਹੀਦੀਆਂ ਦਿੱਤੀਆਂ 93%। ਆਬਾਦੀ ਕਿੰਨੀ ਸਾਡੀ? ਸਾਰਿਆਂ ਦੀ
ਹਿੰਦੂ ਸਿੱਖ ਭਾਈਚਾਰੇ ਦੀ, ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ, ਲਾਲਾ ਲਾਜਪਤ ਰਾਏ ਜੀ ਨੇ ਵੀ ਕੁਰਬਾਨੀ ਦਿੱਤੀ ਦੇਸ਼ ਲਈ, ਉਹ ਹਿੰਦੂ ਸੀਗੇ। ਇਹ ਹਿੰਦੂ ਸਿੱਖ ਦੀਆਂ ਗੱਲਾਂ ਜਿਹੜੀਆਂ ਹੈ ਉਹ ਸਰਕਾਰਾਂ, ਉਹ ਜਾਤਾਂ ਤੇ ਧਰਮਾਂ ਦੇ ਨਾਮ ਤੇ ਜਿਹੜੀਆਂ ਪਾਰਟੀਆਂ ਸਰਕਾਰਾਂ ਬਣਾਉਂਦੀਆਂ, ਉਹ ਸਾਡੇ ਪੰਜਾਬੀਅਤ ਦੀ ਆਪਸੀ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰਦੀਆਂ। ਅਦਰਵਾਈਜ਼ ਅਸੀਂ ਪੰਜਾਬੀ ਇਕੱਠੇ ਆ, ਬਿੱਲ ਤਾਂ ਇਹਨਾਂ ਨੂੰ ਵਾਪਸ ਲੈਣੇ ਹੀ ਪੈਣੇ। ਇਹ ਰੱਬ ਦਾ ਵਾਸਤਾ ਬੰਨਣ ਕਿ ਕਿਤੇ ਪੰਜਾਬੀ ਲੋਕ ਜਾ ਕੇ ਦਿੱਲੀ ਨੂੰ ਨਾ ਘੇਰ ਲੈਣ, ਦਿੱਲੀ ਤੇ ਨਾ ਫਤਿਹ ਕਰ ਲੈਣ। ਇਹਨਾਂ ਨੂੰ ਆਪਣੀ ਕੁਰਸੀ ਬਚਾਉਣੀ ਔਖੀ ਹੋ ਜਾਣੀ। ਇਹ ਆਬਾਦੀ ਨੂੰ ਨਾ ਸਾਡੀ ਨੂੰ ਸਮਝਣ ਕਿ ਆਬਾਦੀ ਸਾਡੀ 2% ਹੈ ਜਾਂ 3% ਹੈ, ਇਹ ਸਾਡੇ ਜਜ਼ਬੇ ਨੂੰ ਸਮਝਣ। ਅੱਜ ਮੋਦੀ ਸਰਕਾਰ ਪਿਛਲੇ 6 ਸਾਲਾਂ ਦੇ ਦੌਰਾਨ ਜਦ ਦੀ ਰਾਜ ਕਰਦੀ ਆ ਰਹੀ, 2014 ਤੋਂ ਜਦ ਦੀ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਬਣੇ, ਪਹਿਲੀ ਵਾਰ ਝੁਕੇ। ਉਹ ਝੁਕੇ ਕਿਹਦੇ ਅੱਗੇ? ਪੰਜਾਬੀਆਂ ਅੱਗੇ। ਇਹੀ ਦਿੱਲੀ ਕਹਿੰਦੀ ਸੀ, ਇਹੀ ਖੱਟਰ ਸਾਹਿਬ ਕਹਿੰਦੇ ਸੀ ਕਿ ਅਸੀਂ ਪੰਜਾਬੀਆਂ ਨੂੰ, ਕਿਸਾਨਾਂ ਨੂੰ ਆਉਣ ਨਹੀਂ ਦੇਵਾਂਗੇ। ਇਹੀ ਅੱਜ ਟੀਵੀ ਦੀਆਂ ਹੁਣ ਖਬਰਾਂ ਸੁਣ ਲਓ, ਮਿੰਨਤਾਂ ਕਰਦੇ, ਕਹਿੰਦੇ ਆ ਜਾਓ ਅਸੀਂ ਤੁਹਾਨੂੰ ਰਸਤਾ ਦਿੰਨੇ। ਇੱਥੇ ਹੀ ਦੇਖੋ ਕਿ ਪੰਜਾਬੀਆਂ ਦੇ ਹੌਸਲੇ ਕਿੰਨੇ ਬੁਲੰਦ ਹੈ। ਮੋਦੀ ਸਰਕਾਰ ਇਹ ਬਿੱਲ ਵੀ ਵਾਪਸ ਲਾਊਗੀ ਤੇ ਅੱਗੇ ਤੋਂ ਸਬਕ ਵੀ ਲਾਊਗੀ ਕਿ ਇਹਨਾਂ ਲੋਕਾਂ ਨਾਲ ਟੱਕਰ ਨਾ ਲਾਓ ਜਿਹੜੇ ਆਪਣੀਆਂ ਜਾਨਾਂ ਨੂੰ ਤਲੀ ਤੇ ਰੱਖ ਕੇ ਫਿਰਦੇ। ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ, ਸਾਡਾ ਵਿਰਸਾ ਹੈ, ਉਹ ਸਾਡਾ ਵਿਰਸਾ ਬਾਬਾ ਦੀਪ ਸਿੰਘ ਵਾਲਾ ਹੈ, ਉਹ ਸਾਡਾ ਵਿਰਸਾ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਹੈ, ਉਹ ਹਰੀ ਸਿੰਘ ਨਲੂਏ ਵਾਲਾ ਹੈ, ਉਹ ਲਾਲਾ ਲਾਜਪਤ ਰਾਏ ਵਾਲਾ ਹੈ, ਉਹ ਭਗਤ ਸਿੰਘ ਰਾਜਗੁਰੂ ਸੁਖਦੇਵ ਵਾਲਾ ਹੈ। ਅਸੀਂ ਉਸ ਵਿਰਸੇ ਦੇ ਮਾਲਕ ਹਾਂ। ਅਸੀਂ ਇਹ ਭੁੱਲ ਜਾਣ। ਗੁਜਰਾਤ ਵਾਂਗੂ ਸਭ ਤੋਂ ਪਹਿਲਾਂ ਗੁਜਰਾਤ ਇਹ ਦੇਸ਼ ਦੀ ਧਰਤੀ ਤੇ ਗੁਲਾਮ ਹੋਇਆ। ਅਸੀਂ ਗੁਲਾਮਾਂ ਦੀ ਧਰਤੀ ਤੋਂ ਨਹੀਂ, ਅਸੀਂ ਸ਼ਹੀਦਾਂ ਦੀ ਧਰਤੀ ਤੋਂ ਵਾਰਿਸ ਹਾਂ। ਤੇ ਮੋਦੀ ਸਰਕਾਰ ਇਹ ਬਿੱਲ ਵੀ ਵਾਪਸ ਲਾਊਗੀ, ਅੱਗੇ ਤੋਂ ਸਬਕ ਵੀ ਲਾਊਗੀ। ਜੇ ਸਬਕ ਨਾ ਲਿਆ ਤਾਂ ਪੰਜਾਬੀ ਸਬਕ ਦੇਣਾ ਜਾਣਦੇ ਆ। ਜੇ ਅਸੀਂ ਗੱਲ ਕਰੀਏ ਬੀਜੇਪੀ ਦੀ, ਤਾਂ ਹੁਣ ਇਸ ਤੋਂ ਬਾਅਦ ਪੰਜਾਬ ਦੇ ਜੋ ਕਿਸਾਨ ਹੈ ਉਹਨਾਂ ਨੇ ਮੋਰਚਾ ਖੋਲ੍ਹਿਆ, ਲਗਭਗ ਜਿੱਤਣ ਦੇ ਕਗਾਰ ਤੇ ਪਹੁੰਚ ਚੁੱਕੇ ਹੈ। ਤੇ ਹੁਣ ਅਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਆਧਾਰ ਰਹਿ ਗਿਆ ਜੀ? ਪੰਜਾਬ ਦੇ ਬੀਜੇਪੀ ਦਾ ਆਧਾਰ ਇਹਨਾਂ ਮੇਰੇ ਭਰਾਵਾਂ ਨੂੰ ਚਾਹੀਦਾ ਸੀ, ਇਹ ਪਾਰਟੀ ਹਿੱਤਾਂ ਤੋਂ ਉੱਠ ਜਾਂਦੇ। ਅਸੀਂ ਵੀ ਕਾਂਗਰਸੀ ਹਾਂ, ਅਸੀਂ ਕਿਹੜਾ ਕਿਸਾਨ ਨੇਤਾ ਹਾਂ। ਇਹ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਜਾਂਦੇ, ਇਹ ਪੰਜਾਬ ਦੀ ਲੜਾਈ ਲੜਦੇ। ਇਹ ਮੋਦੀ ਸਾਹਿਬ ਅੱਗੇ ਚਲੇ ਜਾਂਦੇ, ਅਮਿਤ ਸ਼ਾਹ ਜੀ ਅੱਗੇ ਚਲੇ ਜਾਂਦੇ, ਕਹਿੰਦੇ ਵੀ ਲਓ ਆਪਾਂ ਚੱਕੇ ਅਸਤੀਫੇ ਦਿੱਤੇ। ਜਿੱਥੇ ਸਾਡੀ ਸਟੇਟ ਦਾ ਘਾਣ ਹੋ ਰਿਹਾ, ਅਸੀਂ ਇਹੋ ਜਿਹੇ ਕੋਈ ਬਿੱਲ ਨੂੰ ਪਸੰਦ ਨਹੀਂ ਕਰਦੇ। ਇਹ ਤਾਂ ਵਿਚੋਲਗਰੀ ਵੀ ਨਹੀਂ ਕਰ ਸਕੇ, ਇਹ ਤਾਂ ਚੰਗੇ ਵਿਚੋਲੇ ਵੀ ਨਹੀਂ ਬਣ ਸਕੇ। ਅੱਜ ਫਿਰ ਕਿਉਂ ਹੁਣ ਰਸਤਾ ਦੇ ਰਹੇ? ਹੁਣ ਦੀਆਂ ਖਬਰਾਂ ਕਹਿ ਰਹੀਆਂ 1 ਵਜੇ ਦੀਆਂ ਦੁਪਹਿਰ ਦੀਆਂ ਕਿ ਹੁਣ ਮੋਦੀ ਸਰਕਾਰ ਕਹਿੰਦੀ ਆ ਜਾਓ। ਪੰਜਾਬ ਦੀ ਬੀਜੇਪੀ ਲੀਡਰਸ਼ਿਪ ਹੈ ਜਿਹੜੀ, ਉਹਨੂੰ ਕੋਈ ਨਹੀਂ ਬਖਸ਼ੇਗਾ ਆਉਣ ਵਾਲੇ ਸਮੇਂ ਦੌਰਾਨ। ਜਿਹੜਾ ਅਸਲ ਪੰਜਾਬੀ ਹੋਊਗਾ, ਜਿਹਦੇ ਖੂਨ ਦੇ ਵਿੱਚ ਪੰਜਾਬ ਦੌੜਦਾ ਹੋਊਗਾ, ਜਿਹਦੇ ਖੂਨ ਦੇ ਵਿੱਚ ਵਫਾਦਾਰੀ ਤੇ ਬਹਾਦਰੀ ਦੌੜਦੀ ਹੋਊਗੀ, ਉਹ ਬੀਜੇਪੀ ਦੇ ਲੀਡਰਾਂ ਨੂੰ ਮੂੰਹ ਨਹੀਂ ਲਾਊਗਾ। ਕਿਉਂ? ਇਹ ਯਾਰ ਛੋਟੀਆਂ ਐਮਐਲਏ ਦੀਆਂ ਪਿੱਛੇ ਦੌੜਾਂ ਪਿੱਛੇ ਪਏ ਹੋਏ ਆ ਜਾਂ ਆਪਣੀ ਪਾਰਟੀ ਲਈ ਪਏ ਹੋਏ। ਇਹਨਾਂ ਲਈ ਅੰਨਦਾਤੇ ਦੀ ਲੜਾਈ ਜ਼ਰੂਰੀ ਸੀ, ਅੰਨਦਾਤੇ ਦੀ ਲੜਾਈ। ਇਹਨਾਂ ਨੂੰ ਇਸ ਲੜਾਈ 'ਚ ਸ਼ਾਮਲ ਹੋਣਾ ਚਾਹੀਦਾ ਸੀ। ਇਹਨਾਂ ਦੀ ਇਸ ਲੜਾਈ 'ਚ ਕੇਂਦਰ ਨੂੰ ਕਹਿਣਾ ਚਾਹੀਦਾ ਸੀ ਕਿ ਤੁਸੀਂ ਟੱਕਰ ਲੈਣ ਜਾ ਰਹੇ, ਇਹ ਹਰੀ ਸਿੰਘ ਨਲੂਏ ਦੇ ਵਾਰਸਾਂ ਨਾਲ ਟੱਕਰ ਲੈਣ ਜਾ ਰਹੇ, ਲਾਲਾ ਲਾਜਪਤ ਰਾਏ ਦੇ ਵਾਰਸਾਂ ਨਾਲ ਟੱਕਰ ਲੈਣ ਜਾ ਰਹੇ, ਤੁਸੀਂ ਟੱਕਰ ਨਾ ਲਾਓ। ਇਹ ਸਗੋਂ ਪੰਜਾਬ ਦੀ ਵਿਚੋਲਗਰੀ ਕਰਕੇ ਇਸ ਸਮਝੌਤੇ ਦਾ ਹੱਲ ਕਰਾਉਂਦੇ। ਇਹ ਘਰਾਂ ਦੇ ਵਿੱਚ ਕਹਿਣ ਦਾ ਮਤਲਬ ਆਪਣੇ ਮੂੰਹਾਂ ਤੇ ਜਿਵੇਂ ਹੁਣ ਮਾਸਕ ਤਾਂ ਹੀ ਪਾਏ ਹੋਏ, ਇਹ ਆਪਣੇ ਘੁੰਡ ਲੁਕੋ ਕੇ ਬੈਠ ਗਏ, ਆਪਣੇ ਮੂੰਹ ਘੁੰਡਾਂ 'ਚ ਪਾ ਲਏ ਇਹਨਾਂ ਨੇ। ਤੇ ਆਉਣ ਵਾਲੇ ਸਮੇਂ ਦੌਰਾਨ ਬੀਜੇਪੀ ਦੇ ਜਿਹੜੇ ਲੀਡਰ ਹੈ, ਜਿਨ੍ਹਾਂ ਨੇ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਪੰਜਾਬੀ ਲੋਕ ਮੂੰਹ ਨਹੀਂ ਲਾਣਗੇ। ਇਹ ਮੋਦੀ ਸਰਕਾਰ ਨੇ ਕਰੋਨਾ ਟਾਈਮ ਹੀ ਕਿਉਂ ਚੁਣਿਆ, ਜਦੋਂ ਕਿ ਪੂਰੇ ਦੇਸ਼ ਤੇ ਵਿਪਤਾ ਪਈ ਹੋਈ ਸੀ? ਉਸ ਟਾਈਮ ਹੀ ਇਹ ਕਾਨੂੰਨ ਕਿਉਂ ਲਿਆਂਦੇ ਗਏ ਸੀ? ਨਹੀਂ, ਹੁਣ ਕਰੋਨਾ ਟਾਈਮ 'ਤੇ ਹਵਾਈ ਅੱਡੇ ਵਿੱਚ ਇਹਨਾਂ ਨੇ, ਕਰੋਨਾ ਟਾਈਮ ਇਹ ਸਭ ਕੁਝ ਕਰ ਰਹੇ। ਕਰੋਨਾ ਟਾਈਮ 'ਤੇ ਆਪਣੇ ਲਈ 10,000 ਕਰੋੜ ਦਾ ਜਹਾਜ਼ ਲੈ ਕੇ ਆ ਰਹੇ। ਕਰੋਨਾ ਟਾਈਮ ਹੁਣ ਬਿਹਾਰ ਦੀਆਂ ਇਲੈਕਸ਼ਨਾਂ ਹੋ ਰਹੀਆਂ, ਉਦੋਂ ਕਰੋਨਾ ਵਾਪਸ ਚਲੇ ਗਿਆ ਸੀ। ਅੱਜ ਜਿੱਦਣ ਕਿਸਾਨਾਂ ਦੇ ਬਿੱਲਾਂ ਦੀ ਗੱਲ ਆਈ, ਜਿੱਦਣ ਕਿਸਾਨ ਕਹਿੰਦੇ ਅਸੀਂ ਦਿੱਲੀ ਜਾ ਕੇ ਆਪਾਂ ਆਪਣੇ ਹੱਕਾਂ ਦੀ ਲੜਾਈ ਲੜਨੀ, ਉਦੋਂ ਇਹਨਾਂ ਨੂੰ ਕਰੋਨਾ ਯਾਦ ਆ ਗਿਆ। ਨਾਲੇ ਬਹਾਦਰ ਪੰਜਾਬੀਆਂ ਨੂੰ, ਜਿੱਥੇ ਅੰਗਰੇਜ਼, ਜਿੱਥੇ ਮੁਗਲ, ਜਿੱਥੇ ਮੁਸਲਮਾਨ, ਜਿੱਥੇ ਦੇਸ਼ ਦੀਆਂ ਕੋਈ ਵੀ ਵਰਲਡ ਦੀਆਂ ਕੋਈ ਅਫਗਾਨੀਆਂ ਵਰਗੇ ਨਹੀਂ ਸਾਨੂੰ ਝੁਕਾ ਸਕੇ। ਆ ਕਰੋਨਾ ਤਾਂ ਚੀਜ਼ ਕੀ ਹੈ? ਕਰੋਨਾ ਤਾਂ ਪੰਜਾਬੀਆਂ ਦੇ ਅੱਗੇ ਨੱਠਦਾ। ਨਾਲੇ ਜਿੱਥੇ ਗੱਲ ਇਹ ਹੈ, ਜਿੱਥੇ ਸੱਚ ਦੀ ਲੜਾਈ ਹੁੰਦੀ, ਉੱਥੇ ਪਰਮਾਤਮਾ ਦਾ ਨਾਲ ਪਹਿਰਾ ਹੁੰਦਾ। ਪੰਜਾਬੀ ਲੋਕ, ਹਰਿਆਣੇ ਦੇ ਭਰਾ ਸਾਡੇ ਸੱਚ ਦੀ ਲੜਾਈ ਲੜ ਰਹੇ। ਦੇਸ਼ ਦਾ ਕਿਸਾਨ ਸੱਚ ਦੀ ਲੜਾਈ ਲੜ ਰਿਹਾ। ਜਿੱਥੇ ਦੇਸ਼ ਦਾ ਕਿਸਾਨ ਸੱਚ ਦੀ ਲੜਾਈ ਲੜ ਰਿਹਾ ਹੋਵੇ, ਉੱਥੇ ਪਰਮਾਤਮਾ ਦਾ ਨਾਲ ਪਹਿਰਾ ਹੁੰਦਾ। ਤੁਸੀਂ ਮੈਨੂੰ ਇਹ ਦੱਸੋ ਕਿ ਕਿਸੇ ਕਿਸਾਨ ਨੂੰ, ਇਹ ਜਿਹੜੀ ਕਿਸਾਨ ਐਜੀਟੇਸ਼ਨ ਹੈ ਘੱਟੋ ਘੱਟ 2 ਮਹੀਨੇ ਤੋਂ ਉੱਪਰ ਹੋ ਗਿਆ, ਕਿਸੇ ਕਿਸਾਨ ਨੂੰ ਕਰੋਨਾ ਹੋਇਆ? ਕਰੋਨਾ ਉਦੋਂ ਹੀ ਹੁੰਦਾ ਜਦੋਂ ਇਹਨਾਂ ਨੇ ਕੋਈ ਕਾਲੇ ਕਾਨੂੰਨ ਲਿਆਣੇ ਹੁੰਦੇ। ਹੁਣ ਦੇਖੋ, ਹੁਣ ਕਰੋਨਾ ਨੱਠ ਗਿਆ। ਹੁਣ ਬਰਾੜੀ ਦੇ ਮੈਦਾਨ ਦੇ ਵਿੱਚ, ਦਿੱਲੀ ਦੇ ਵਿੱਚ ਰਾਮਲੀਲਾ ਦੀ ਬਜਾਏ ਉੱਥੇ ਇਜਾਜ਼ਤ ਦਿੱਤੀ, ਹੁਣ ਕਰੋਨਾ ਉੱਥੇ ਨੱਠ ਗਿਆ। ਮੋਦੀ ਸਾਹਿਬ ਦੇ ਕਹਿਣ ਤੇ ਕਰੋਨਾ ਆਉਂਦਾ, ਮੋਦੀ ਸਾਹਿਬ ਦੇ ਬਾਅਦ ਤੇ ਵਾਪਸ ਚੱਲ ਜਾਂਦਾ। ਨਾਲੇ ਪੰਜਾਬੀ ਕਰੋਨੇ ਕਰਾਨੇ ਵਰਗਿਆਂ ਨਾਲ ਨਹੀਂ ਲੜਦੇ, ਪੰਜਾਬੀ ਮੁਗਲਾਂ ਤੇ ਅਫਗਾਨੀਆਂ ਨਾਲ, ਅੰਗਰੇਜ਼ਾਂ ਨਾਲ ਲੜਦੇ ਰਹੇ। ਆ ਕਰੋਨਾ ਕੀ ਚੀਜ਼ ਆ? ਤੇ ਪਤਾ ਲੱਗ ਗਿਆ ਹੁਣ ਮੋਦੀ ਸਰਕਾਰ ਨੂੰ। ਹੁਣ ਤੁਸੀਂ ਪੁੱਛਿਓ ਇਹਨਾਂ ਦੇ ਬੀਜੇਪੀ ਦੇ ਲੀਡਰਾਂ ਨੂੰ ਕਿ ਹੁਣ ਕਰੋਨਾ ਕਿੱਥੇ ਗਿਆ, ਜਦ ਹੁਣ ਆਉਣ ਲੱਗੇ ਪੰਜਾਬੀਆਂ ਨੂੰ ਤੁਸੀਂ ਭੇਜਤਾ ਉੱਥੇ।
ਇਸ ਕਰਕੇ ਭਰਾਵੋ ਮੇਰੀ ਇੱਕ ਤੁਹਾਡੇ ਰਾਹੀਂ ਬੇਨਤੀ ਹੈ ਕਿ ਹੁਣ ਜਿਹੜੀਆਂ ਇਹ ਫਾਸੀਵਾਦੀ ਤਾਕਤਾਂ ਹੈ, ਜਿਹੜੀਆਂ ਧਰਮ ਤੇ ਜਾਤ ਦੇ ਨਾਂ ਤੇ ਰਾਜ ਕਰਨ ਵਾਲੀਆਂ ਤਾਕਤਾਂ ਹੈ, ਇਹ ਹੁਣ ਸਾਨੂੰ ਹਿੰਦੂ ਸਿੱਖ ਦੇ ਨਾਂ ਤੇ ਲੜਨਗੀਆਂ। ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਅਸੀਂ ਹਿੰਦੂ ਸਿੱਖ ਭਾਈਚਾਰਾ ਹੈ, ਸਾਡੀਆਂ ਘਰਾਂ ਦੇ ਵਿੱਚ ਆਪਸ ਸਾਂਝ ਹੈ, ਆਪਸ ਦੇ ਵਿੱਚ ਰਿਸ਼ਤੇਦਾਰੀਆਂ ਹੈ। ਅਸੀਂ ਐਜ਼ ਏ ਪੰਜਾਬੀ ਇਕੱਠੇ ਹੋ ਕੇ ਇਕੱਠੇ ਹੋ ਕੇ ਲੜਾਈ ਲੜਨੀ ਅਤੇ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣਾ। ਆਪਣੇ ਪੰਜਾਬ ਦੇ ਵਿੱਚ ਗੁਰੂਆਂ ਦੇਵੀ ਦੇਵਤਿਆਂ ਦੇ ਪੰਜਾਬ ਦੇ ਵਿੱਚ ਅਸੀਂ ਕਾਇਮ ਰੱਖਣਾ। ਅਸੀਂ ਇਹਨਾਂ ਦੀਆਂ ਗੱਲਾਂ 'ਚ ਨਾ ਆ ਕੇ ਹੋਏ, ਧਰਮ ਤੇ ਜਾਤ ਦੀ ਰਾਜਨੀਤੀ ਨੂੰ ਪਿੱਛੇ ਛੱਡਦੇ ਹੋਏ, ਆਪਣਾ ਭਾਈਚਾਰਾ ਸਾਂਝ ਕਰਦੇ ਹੋਏ, ਦਿਖਾਉਂਦੇ ਹੋਏ ਅਸੀਂ ਦੇਸ਼ ਦੀ ਰਾਜਧਾਨੀ ਨੂੰ ਅੱਜ ਦੱਸਦਾ ਕਿ ਇਹ ਦਿੱਲੀਏ ਤੈਨੂੰ ਝੁਕਣਾ ਹੀ ਪੈਣਾ। ਤੂੰ ਪੰਜਾਬੀਆਂ ਅੱਗੇ ਪਹਿਲਾਂ ਵੀ ਝੁਕਦੀ ਰਹੀ ਤੇ ਤੈਨੂੰ ਹੁਣ ਵੀ ਝੁਕਣਾ ਪਿਆ। ਜੇ ਅਸੀਂ ਗੱਲ ਕਰੀਏ, ਜਦੋਂ ਬਿੱਲ ਬਣਾਇਆ ਗਿਆ ਸੀ ਉਸ ਟਾਈਮ ਪੰਜਾਬ ਦੇ ਜੋ ਬੀਜੇਪੀ ਦੇ ਨੇਤਾ ਹੈ ਉਹਨਾਂ ਦੇ ਬਿਆਨ ਲਗਾਤਾਰ ਆਉਂਦੇ ਰਹੇ। ਜਦੋਂ ਕਿਸਾਨਾਂ ਨੇ ਮੂਵਮੈਂਟ ਸ਼ੁਰੂ ਕਰਤਾ ਦਿੱਲੀ ਨੂੰ, ਕਿਸੇ ਵੀ ਬੀਜੇਪੀ ਦਾ ਪੰਜਾਬ ਦੇ ਲੀਡਰ ਦਾ ਬਿਆਨ ਨਹੀਂ ਆਇਆ। ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਦੋਂ ਕੋਈ ਵੀ ਬੰਦਾ, ਚਾਹੇ ਮੈਂ, ਜਦੋਂ ਕੋਈ ਵੀ ਬੰਦਾ ਨਿੱਜੀ ਲੜਾਈ 'ਚ ਪੈ ਜਾਂਦਾ, ਆਪਣੇ ਨਿੱਜੀ ਫਾਇਦੇ ਦੀ ਲੜਾਈ 'ਚ ਪੈ ਜਾਂਦਾ, ਇਹ ਬਿੱਲਾਂ ਬੁੱਲਾਂ ਦੀਆਂ ਗੱਲਾਂ ਉਹਨਾਂ ਨੂੰ ਯਾਦ ਨਹੀਂ ਰਹਿੰਦੀਆਂ। ਸਾਡੇ ਵੱਲੋਂ ਵੀ, ਸਾਨੂੰ ਵੀ ਪਾਰਟੀ ਵੱਲੋਂ ਕੋਈ ਹਦਾਇਤਾਂ ਨਹੀਂ ਆ ਵੀ ਕਿਸੇ ਦਾ ਵਿਰੋਧ ਕਰਨਾ ਜਾਂ ਹੱਕ ਜਾਣਾ। ਇਹ ਸਾਡੇ ਜਜ਼ਬਾਤ, ਨਿੱਜੀ ਜਜ਼ਬਾਤ ਹੈ। ਬੀਜੇਪੀ ਦੇ ਭਰਾ, ਇਹਨਾਂ ਵਿਚਾਰੇ ਨੂੰ ਪੁੱਛਦਾ ਕੌਣ ਹੈ? ਉੱਥੇ ਵੜਨ ਕੌਣ ਦਿੰਦਾ ਇਹਨਾਂ ਨੂੰ? ਇਹ ਉਹ ਮੋਦੀ ਸਾਹਿਬ ਤਾਂ ਇਹ ਸੋਚਦੇ ਵੀ ਪੰਜਾਬ ਦੀਆਂ 13 ਸੀਟਾਂ, ਹਰਿਆਣੇ ਦੀਆਂ 10 ਸੀਟਾਂ, ਮੈਂ ਇਹਨਾਂ ਤੋਂ ਲੈਣਾ ਕੀ ਆ? ਉਹ ਮੇਰੇ ਵੀਰਾ, ਲੈਣਾ ਤਾਂ ਅੰਗਰੇਜ਼ਾਂ ਨੇ ਵੀ ਕੀ ਨਹੀਂ ਸੀ। ਜਿਹੜੇ ਪੰਜਾਬ ਨੂੰ ਜਿੱਤ ਨਹੀਂ ਸਕੇ ਉਹ ਵੀ ਪੰਜਾਬ ਨਾਲ ਸੰਧੀਆਂ ਕਰ ਸਕਦੇ ਰਹੇ। ਰਹਿਣਾ ਤਾਂ ਮੁਗਲਾਂ ਨੇ ਵੀ, ਲੈਣਾ ਤਾਂ ਕਿਸੇ ਨੇ ਵੀ ਕੁਛ ਨਹੀਂ ਸੀ। ਪੰਜਾਬ ਦੇ ਅੱਗੇ ਜਿਹੜੇ ਬੀਜੇਪੀ ਲੋਕਾਂ ਦਾ, ਲੋਕਲ ਲੋਕਾਂ ਦਾ ਰਿਹਾ, ਉਹਨਾਂ ਵਿਚਾਰਿਆਂ ਦਾ, ਮੈਂ ਤਾਂ ਵਿਚਾਰੇ ਕਹਿਣਾ, ਨੁਕਸਾਨ ਹੋ ਗਿਆ। 40-40, 50-50 ਸਾਲ ਤੋਂ ਆਪਣੇ ਪਾਰਟੀ ਲਈ ਲੱਗੇ ਹੋਏ। ਮੋਦੀ ਸਰਕਾਰ ਦੇ ਇੱਕ ਕਾਲੇ ਕਾਨੂੰਨਾਂ ਦੇ ਡਿਸੀਜ਼ਨ ਨੇ ਉਹਨਾਂ ਵਿਚਾਰਿਆਂ ਦੇ ਭਵਿੱਖ ਤੇ ਵੀ ਕਿੰਤੂ ਪਰੰਤੂ ਲਾਤਾ। ਮੈਂ ਤਾਂ ਉਹਨਾਂ ਤੇ ਵੀ ਤਰਸ ਦੇ ਆਧਾਰ ਤੇ ਸੋਚਦਾ ਵੀ ਉਹ ਜਿਹੜੇ ਪਾਰਟੀ ਲਈ, ਕਿਸੇ ਵੀ ਪਾਰਟੀ 'ਚ ਬੰਦਾ ਕੰਮ ਕਰਦਾ ਹੁੰਦਾ, ਮੋਦੀ ਸਾਹਿਬ ਨੇ ਉਹਨਾਂ ਦੇ ਵਿਚਾਰਾਂ ਨੂੰ ਵੀ ਨਹੀਂ ਦੇਖਿਆ ਵੀ ਮੇਰੇ ਵਰਕਰ ਮਰ ਜੂੰਗਾ। ਜਿਹੜਾ 40 ਸਾਲ ਤੋਂ ਲੱਗਿਆ ਹੋਇਆ ਦੇਸ਼ ਦੇ ਵਿੱਚ ਪਾਰਟੀ ਲਈ ਕੰਮ ਕਰਨ, ਪੰਜਾਬ ਦੇ ਵਿੱਚ ਲੜਨ ਨੂੰ ਫਿਰਦੇ। 117 ਸੀਟਾਂ, ਮੈਂ ਕਹਿੰਦਾ 117 ਸੀਟਾਂ 'ਚੋਂ ਇੱਕ ਵੀ ਜਿੱਤਣ ਐਤਕੀ ਕੋਈ ਨਹੀਂ ਮਿਲਣੀ ਇਹਨਾਂ ਨੂੰ ਸੀਟ। ਹਾਂ, ਆਪਸ ਦੇ ਵਿੱਚ ਕਹਿਣਾ ਕਿ ਮੈਂ ਫਿਰ ਕਹਿਣਾ ਕਿ ਸਾਨੂੰ ਹਿੰਦੂ ਸਿੱਖ ਭਰਾਵਾਂ ਨੂੰ ਜਾਤ ਤੋਂ ਉੱਠ ਕੇ, ਆਪਣੇ ਧਰਮ ਤੋਂ ਉੱਠ ਕੇ, ਭਾਈਚਾਰਾ ਰੱਖ ਕੇ ਇਸ ਕੇਂਦਰ ਸਰਕਾਰ ਦੇ ਵਿਰੁੱਧ, ਉਹ ਚਾਹੇ ਕਿਸੇ ਦੀ ਕੇਂਦਰ ਸਰਕਾਰ ਹੋਵੇ, ਪੁਰਾਣੀਆਂ ਕੇਂਦਰ ਸਰਕਾਰਾਂ ਵੀ ਸਾਡੀ ਪਾਰਟੀਆਂ ਦੀਆਂ ਰਹੀਆਂ, ਜਿੱਥੇ ਪੰਜਾਬੀਆਂ ਨਾਲ ਧੱਕਾ ਹੋਇਆ ਉੱਥੇ ਲੜਦੇ ਰਹੇ। ਪੰਜਾਬੀ ਦੇ ਤੌਰ ਤੇ ਲੜਦੇ, ਕੋਈ ਕਾਂਗਰਸੀ, ਬੀਜੇਪੀ, ਅਕਾਲੀ, ਕਾਮਰੇਡ ਦੇ ਤੌਰ ਤੇ ਨਹੀਂ ਲੜਦੇ। ਪੰਜਾਬੀ ਇਕੱਠੇ ਹੋ ਕੇ ਮੋਦੀ ਸਰਕਾਰ ਨੂੰ ਅੱਜ ਪਹਿਲਾ ਸਟੈਪ 'ਚ ਅਸੀਂ ਝੁਕਾਇਆ ਹੈ, ਆਉਣ ਵਾਲੇ ਸਮੇਂ 'ਚ ਵੀ ਝੁਕਾਵਾਂਗੇ। ਕਿਆ ਕਿਸਾਨ ਵਧਾਈ ਦੇ ਪਾਤਰ ਨੇ ਜੀ ਇਸ ਵੇਲੇ? ਕਿਸਾਨ ਵਧਾਈ ਦੇ, ਕਿਸਾਨ ਸਾਡੇ ਇੱਕ ਤਰ੍ਹਾਂ ਦਾ ਸਿਰ ਦਾ ਤਾਜ ਬਣੇ। ਕਿਸਾਨਾਂ ਨੇ ਹਿਸਟਰੀ ਰਿਪੀਟ ਕੀਤੀ ਦੁਬਾਰਾ ਤੋਂ। ਜਿਹੜੀ ਹਿਸਟਰੀ 'ਚ ਪਿਛਲੇ ਸਮੇਂ ਸਾਡੇ ਜਿਹੜੀ ਨਵੀਂ ਪੀੜ੍ਹੀ ਆ, ਪਿਛਲੇ 20 ਸਾਲਾਂ ਤੋਂ ਸਾਨੂੰ ਕਹਿੰਦੇ ਰਹੇ ਨੌਜਵਾਨਾਂ ਨੂੰ ਕਿ ਸਾਡੇ ਪੰਜਾਬ ਦੇ ਲੋਕ ਚਿੱਟਾ ਪੀਂਦੇ। ਅੱਜ ਦੱਸਤਾ ਉਹਨਾਂ ਪੰਜਾਬੀਆਂ ਨੇ ਕਿ ਅਸੀਂ ਬਹਾਦਰ ਹਾਂ। ਸਾਨੂੰ ਨਸ਼ੇ ਦੇ ਤੌਰ ਤੇ ਬਦਨਾਮ ਕੀਤਾ ਜਾ ਰਿਹਾ। ਪੰਜਾਬੀ ਕਿਸਾਨ ਵਧਾਈ ਦੇ ਪਾਤਰ ਹੀ ਨਹੀਂ, ਕਿ ਜਿਹੜੇ ਪੰਜਾਬੀ ਕਿਸਾਨ ਹੈ ਅੱਜ ਹੀਰੋ ਬਣੇ ਸਾਡੇ ਪੰਜਾਬੀਆਂ ਲਈ, ਨੌਜਵਾਨੀ ਲਈ ਹੀਰੋ ਬਣੇ। ਕਿ ਅਸੀਂ ਹਜੇ ਵੀ ਸਾਡੇ ਖੂਨਾਂ ਵਿੱਚ ਬਹਾਦਰੀ ਦੀ ਖੂਨ ਦੌੜਦੇ, ਹਜੇ ਵੀ ਸਾਡੇ ਜਿਹੜੇ ਹੱਕਾਂ ਲੈਣ ਦੀ ਜਿਹੜੀ ਸਾਡੀ ਤਾਕਤ ਹੈ ਉਹ ਸਾਡੇ 'ਚੋਂ ਮਰ ਮੁੱਕੀ ਨਹੀਂ ਹੈ। ਹਜੇ ਵੀ ਅਸੀਂ ਜਿੰਦਾ ਹੈ। ਉਹਨਾਂ ਕਿਸਾਨਾਂ ਨੇ ਅੱਜ ਇਤਿਹਾਸ ਬਣਾਇਆ ਕਿ ਪੰਜਾਬੀ ਲੋਕ ਕਦੇ ਝੁਕਦੇ ਨਹੀਂ, ਹਮੇਸ਼ਾ ਸੱਚ ਨਾਲ ਖੜ੍ਹਦੇ। ਤੇ ਜਿੱਥੇ ਸੱਚ ਨਾਲ ਖੜ੍ਹਦੇ, ਚਾਹੇ ਸ਼ਹੀਦੀਆਂ ਦੇ ਕੇ ਪ੍ਰਾਪਤੀ ਕਰਨੀ ਪਵੇ, ਚਾਹੇ ਨੁਕਸਾਨ। ਖੱਟਰ ਸਰਕਾਰ ਨੇ ਟੀਅਰ ਗੈਸ, ਮੋਦੀ ਸਰਕਾਰ ਨੇ ਲਾਠੀਚਾਰਜ, ਦਿੱਲੀ ਤੇ ਐਦਾਂ ਕੰਡਿਆਲੀ ਥੋੜ ਲਾਤੀ ਜਿਵੇਂ ਪਾਕਿਸਤਾਨ ਤੇ ਪੰਜਾਬ ਦਾ ਬਾਰਡਰ ਹੁੰਦਾ। ਕਿਉਂ? ਜਿਹੜੀ ਕੰਡਿਆਲੀ ਥੋੜ ਹੈ, ਇਹ ਕੋਈ ਅਸੀਂ ਬਗਾਨੇ ਹੈ? ਸਾਡੇ ਦੇਸ਼ ਨਹੀਂ ਹੈ, ਸਾਡੀ ਰਾਜਧਾਨੀ ਨਹੀਂ ਹੈ, ਸਾਡੀ ਕੁਰਬਾਨੀਆਂ 'ਚ ਹਿੱਸਾ ਨਹੀਂ ਹੈ ਪੰਜਾਬੀਆਂ ਦਾ? ਕਿਆ ਸਾਨੂੰ ਦਿੱਲੀ ਜਾਣ ਦਾ ਅਧਿਕਾਰ ਨਹੀਂ ਹੈ? ਸ਼ਾਂਤਮਈ ਚੱਲੇ ਹੋਏ। ਇੱਕ ਤਾਂ ਪੁੱਛੇ ਹੁੰਦਾ ਨਾ ਵੀ ਅਸੀਂ ਕਿਸੇ ਨੂੰ ਅੱਗਾ ਲਾਉਂਦੇ ਜਾ ਰਹੇ। ਕਿ ਤੁਸੀਂ ਦੇਖਿਆ ਪੰਜਾਬੀਆਂ ਨੇ 300 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਸਰਕਾਰਾਂ ਨੇ, ਹਰਿਆਣੇ ਦੀ ਖੱਟਰ ਸਰਕਾਰ ਨੇ, ਮੋਦੀ ਸਰਕਾਰ ਨੇ ਟਰੱਕ ਲਾਤੇ, ਰਸਤੇ ਦੇ ਵਿੱਚ ਖਾਈਆਂ ਪੱਟਤੀਆਂ। ਮੈਂ ਕਹਿੰਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਬਾਅਦ ਪਹਿਲੀ ਵਾਰ ਹੋਇਆ ਹੋਣਾ ਕਿ ਨੈਸ਼ਨਲ ਹਾਈਵੇ ਪੱਟਤੇ, ਨੈਸ਼ਨਲ ਹਾਈਵੇ ਨੂੰ ਪੱਟਤਾ। ਪਰ ਪੰਜਾਬੀਆਂ ਨੇ ਕਿਸੇ ਦੀ ਪ੍ਰਾਪਰਟੀ ਦਾ 300 ਕਿਲੋਮੀਟਰ ਨੁਕਸਾਨ ਨਹੀਂ ਕੀਤਾ। ਕਿਸਾਨਾਂ ਨੇ ਆਰਾਮ ਨਾਲ ਗਏ। ਆਪਣੀ ਜਿੱਦ ਨਹੀਂ ਹੈ, ਸਾਡੇ ਹੱਕ ਹੈ, ਉਹਨਾਂ ਨੂੰ ਝੁਕਣਾ ਪਊਗਾ। ਅਡਾਨੀਆਂ ਨੂੰ ਜਾਂ ਕੋਈ ਵੀ ਸਰਮਾਏਦਾਰਾਂ ਨੂੰ ਇਸ ਦੇਸ਼ ਦੀ, ਇਸ ਪੰਜਾਬ ਦੀ ਧਰਤੀ ਤੇ ਨਹੀਂ ਵੜਨ ਦਿੱਤਾ ਜਾਊਗਾ। ਤੇ ਮੇਰੀ ਇੰਨੀ ਬੇਨਤੀ ਹੈ, ਪਰ ਇਹ ਲੜਾਈ ਅਸੀਂ ਰਾਜਨੀਤੀ ਤੋਂ ਉੱਪਰ ਉੱਠ ਕੇ, ਧਰਮ ਤੋਂ ਉੱਪਰ ਉੱਠ ਕੇ, ਜਾਤ ਤੋਂ ਉੱਪਰ ਉੱਠ ਕੇ ਕਿਸਾਨਾਂ ਦਾ ਸਾਥ ਦੇਣਾ। ਜੀ ਬਿਲਕੁਲ, ਇਹ ਸੀਗੇ ਸਾਡੇ ਨਾਲ ਪਰਮਜੀਤ ਸਿੰਘ ਪੰਮਾ ਜੀ। ਜਿਵੇਂ ਕਿ ਕਿਸਾਨੇ ਮੁੱਦੇ ਨੂੰ ਲੈ ਕੇ ਇਹਨਾਂ ਨੇ ਸਾਡੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਜੋ ਵਿਚਾਰ ਹੈ ਉਹ ਵੀ ਅਸੀਂ ਤੁਹਾਡੇ ਤੱਕ ਸਾਂਝੇ ਕੀਤੇ ਨੇ। ਫਿਲਹਾਲ ਮੇਰੇ ਸਾਥੀ ਅਵਿਨਾਸ਼ ਦੇ ਨਾਲ ਰਕੇਸ਼ ਰਾਣਾ।